प्रोग्राम यूएसए टाइम्स ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਚਾਰ ਮੁੱਦੇ ਅੱਜ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ। ਸਭ ਤੋਂ ਪਹਿਲਾ ਮੁੱਦਾ ਰਾਸ਼ਟਰਪਤੀ ਦੀ ਚੋਣ ਦੇ ਲਈ ਅਮਰੀਕਾ ਦੇ ਵਿੱਚ ਮਾਈਕ ਪੈਂਸ ਨੇ ਐਲਾਨ ਕਰ ਦਿੱਤਾ, ਕੱਲ੍ਹ ਤੋਂ ਅਫੀਸ਼ੀਅਲੀ ਐਲਾਨ ਹੋ ਜਾਣਾ। ਦੂਜੀ ਗੱਲਬਾਤ ਕਰਨੀ ਹੈ ਕਿ ਇੱਕ ਜਸੂਸ ਦੀ ਜੇਲ੍ਹ ਦੇ ਵਿੱਚ ਮੌਤ ਹੋਈ ਹੈ, ਉਹ ਕੌਣ ਸੀ, ਇੰਨੀ ਚਰਚਾ ਕਿਉਂ ਹੋ ਰਹੀ ਆ। ਤੀਜੀ ਗੱਲਬਾਤ ਅਮਰੀਕਾ ਦੇ ਵਿੱਚ ਕੈਂਸਰ ਦੀਆਂ ਦਵਾਈਆਂ ਦੀ ਘਾਟ ਆ, ਮੁੱਕ ਗਈਆਂ। ਚੌਥੀ ਗੱਲਬਾत ਇੱਕ ਬਹੁਤ ਵੱਡਾ ਐਕਟਰ ਜਿਹੜਾ ਮਿਸਟਰ ਬੀਨ ਆ, ਉਹਨੇ ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਉੱਥੇ ਇੰਗਲੈਂਡ ਤੋਂ ਸਲਾਹ ਦਿੱਤੀ ਆ, ਉਹਦੇ ਬਾਰੇ ਬਹੁਤ ਸਾਰੀ ਚਰਚਾ ਚੱਲ ਰਹੀ ਹੈ। ਚਾਰ ਮੁੱਦੇ ਅੱਜ ਤੁਹਾਡੇ ਨਾਲ ਆਪਾਂ ਸਾਂਝੇ ਕਰਨੇ। ਸਭ ਤੋਂ ਪਹਿਲੇ ਗੱਲਬਾਤ ਰਾਸ਼ਟਰਪਤੀ ਦੀ ਦੌੜ ਦੇ ਲਈ। ਤੁਹਾਨੂੰ ਪਤਾ 24 ਦੇ ਵਿੱਚ ਇਲੈਕਸ਼ਨ ਹੋਣੀ ਆ ਅਤੇ ਵੱਖ-ਵੱਖ ਉਮੀਦਵਾਰ ਹੌਲੀ ਹੌਲੀ ਕਰਕੇ ਸਾਹਮਣੇ ਆ ਰਿਹਾ। ਮਾਈਕ ਪੈਂਸ ਜਿਹੜੇ ਕਿ ਸਾਬਕਾ ਉਪ ਰਾਸ਼ਟਰਪਤੀ ਰਹੇ ਅਮਰੀਕਾ ਦੇ ਵਿੱਚ, ਉਸ ਵੇਲੇ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਸੀ ਤਾਂ ਹੁਣ ਉਹਨਾਂ ਨੇ ਆਪਣੀ ਨੋਮੀਨੇਸ਼ਨ ਦਾ ਐਲਾਨ ਕਰ ਦਿੱਤਾ। ਕੈਂਡੀਡੇਟਸ ਕਈ ਪਹਿਲਾਂ ਐਲਾਨ ਹੋ ਚੁੱਕਾ ਉਹਨਾਂ ਦਾ, ਜਿਹੜੇ ਰਿਪਬਲਿਕਨਸ ਨੇ ਉਹਨਾਂ ਵੱਲੋਂ। ਰਿਪਬਲਿਕਨਸ ਦੇ ਵਿੱਚ ਜ਼ਿਆਦਾ ਕੈਂਡੀਡੇਟ ਨੇ, ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਦੇ ਵਿੱਚ ਹਜੇ 3 ਹੀ ਨੇ। ਇਹਨਾਂ ਦੇ ਵਿੱਚ ਜਿਹੜੇ ਐਲਾਨ ਹੋਏ ਉਹਦੇ ਵਿੱਚ ਇੱਕ ਵਾਧਾ ਹੋਰ ਹੋ ਗਿਆ ਕਿ ਮਾਈਕ ਪੈਂਸ ਵੀ ਇਸ ਥਾਂ ਦੇ ਉੱਤੇ ਆ ਜਾਣਗੇ, ਕਿਉਂਕਿ ਰਾਸ਼ਟਰਪਤੀ ਜਦੋਂ ਰਾਸ਼ਟਰਪਤੀ ਸੀਗੇ ਡੋਨਲਡ ਟਰੰਪ, ਉਸ ਵੇਲੇ ਇਹ ਉਪ ਰਾਸ਼ਟਰਪਤੀ ਸੀ ਅਤੇ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਜ਼ਿਆਦਾ ਬਣਦੀ ਸੀ, ਕਿਉਂਕਿ ਇੱਕੋ ਪਾਰਟੀ ਦੇ ਇੱਕੋ ਸੋਚ ਆ। ਪਰ ਕੁਝ ਮੁੱਦਿਆਂ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਆਖਰੀ ਸਮਾਂ ਸੀ ਡੋਨਲਡ ਟਰੰਪ ਦਾ, ਉਹਦੇ ਵਿੱਚ ਜਾ ਕੇ ਇਹਨਾਂ ਦੇ ਮਤਭੇਦ ਵੀ ਕੁਝ ਮਾਮਲਿਆਂ ਦੇ ਉੱਤੇ ਹੋ ਗਏ ਸੀ ਅਤੇ ਹੁਣ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਵਿਰੁੱਧ ਚੋਣ ਲੜ ਰਹੇ ਆ ਅਤੇ ਇਹ ਜਿਹੜੇ ਆ ਰਾਸ਼ਟਰਪਤੀ ਬਣਨਾ ਚਾਹੁੰਦੇ ਆ। ਇਹਦਾ ਫੈਸਲਾ ਤਾਂ ਪਾਰਟੀ ਨੇ ਕਰਨਾ ਵੀ ਕਿਹਨੂੰ ਸੀਟ 'ਤੇ ਟਿਕਟ ਦੇਣੀ ਆ ਅਤੇ ਕਿਹਨੂੰ ਨਹੀਂ ਦੇਣੀ, ਪਰ ਇਹਨਾਂ ਨੇ ਫਾਰਮੈਲੀ ਆਪਣੀ ਜਿਹੜੀ ਕੈਂਪੇਨ ਆ ਉਹ ਕੱਲ੍ਹ ਤੋਂ ਲਾਂਚ ਕਰ ਦੇਣੀ ਆ। ਜਿਹੜੇ ਕੁਝ ਅੰਦਰ ਦੇ ਸੂਤਰ ਨੇ ਉਹਨਾਂ ਨੇ ਕੁਝ ਅਖਬਾਰਾਂ ਦੇ ਨਾਲ ਗੱਲਬਾਤ ਕੀਤੀ ਆ ਅਤੇ ਉਹਨਾਂ ਨੇ ਦੱਸਿਆ ਹੈ। ਸੋ ਹੁਣ ਤੱਕ ਹਿਸਾਬ ਲਾ ਲਓ ਵੀ 7 ਰਿਪਬਲਿਕਨ ਨੇ ਜਿਹੜੇ ਇਸ ਦੌੜ ਦੇ ਵਿੱਚ ਸ਼ਾਮਲ ਨੇ। 24 ਦੀ ਜਿਹੜੀ ਇਹ ਨੋਮੀਨੇਸ਼ਨ ਆ, ਜਿਨ੍ਹਾਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਰੌਨ ਡਿਸੈਂਟਿਸ ਦਾ ਨਾਮ ਵੀ ਆ ਫਲੋਰੀਡਾ ਦੇ ਗਵਰਨਰ ਦਾ, ਡੋਨਲਡ ਟਰੰਪ ਆਪ ਹੈਗੇ ਨੇ, ਇਹ ਮਾਈਕ ਪੈਂਸ ਹੋ ਗਿਆ। ਇਹਦੇ ਤੋਂ ਬਾਅਦ ਨਿੱਕੀ ਹੇਲੀ ਆ ਜਿਹੜੀ ਸਾਬਕਾ ਆਪਣੇ UN ਐਂਬੈਸਡਰ ਰਹੀ ਆ। ਫਿਰ ਜਿਹੜੀ ਆਇਸਾ ਹਸਚਨ ਅਰਕਨਸਸ ਦੇ ਗਵਰਨਰ ਆ। ਫਿਰ ਇਹ ਤੋਂ ਬਾਅਦ ਟਿਮ ਸਕੌਟ ਦਾ ਨਾਂ ਆ, ਨਾਰਥ ਡਕੋਟਾ ਦੇ ਗਵਰਨਰ, ਡੌ ਬ੍ਰਿਗਮ ਰਿਪਬਲਿਕਨ ਜਿਹੜੇ ਉਹ ਵੀ, ਅਤੇ ਸਾਬਕਾ ਨਿਊ ਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ, ਇਹ ਵੀ ਆਪਣੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਇਹਨੂੰ ਲਾਂਚ ਕਰਨ ਬਾਰੇ ਸੋਚ ਰਹੇ ਆ। ਸੋ ਹਜੇ ਤੱਕ ਇਹ ਜਿਹੜੇ 8 ਜਣੇ ਮੰਨੇ ਜਾ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ ਕਿਤੇ ਨਾ ਕਿਤੇ ਇਹਨਾਂ ਦਾ ਨਾਂ ਸਾਹਮਣੇ ਆ ਰਿਹਾ ਆ। ਜਿਹੜੇ ਗਵਰਨਰ ਕ੍ਰਿਸ ਸੁੰਨੂ ਆ, ਉਹਨਾਂ ਦਾ ਨਾਂ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਲੜਨਗੇ। ਇਸ ਵੇਲੇ ਜਿਹੜੀ ਮੋਟੀ ਗੱਲਬਾਤ ਰਿਪਬਲਿਕਨ ਦੀ ਨੋਮੀਨੇਸ਼ਨ ਦੇ ਵਿੱਚ ਹੈਗੀ ਆ, ਉਹ ਆਪ ਡੋਨਲਡ ਟਰੰਪ, ਰੌਨ ਡਿਸੈਂਟਿਸ, ਨਿੱਕੀ ਹੇਲੀ, ਹਸਚਨ, ਟਿਮ ਸਕੌਟ ਅਤੇ ਇੱਕ ਹੁਣ ਮਾਈਕ ਪੈਂਸ ਸ਼ਾਮਲ ਹੋ ਗਿਆ। ਇਹ ਮੋਟੇ ਜਿਹੇ ਨਾਂ ਇੱਧਰਲੇ ਪਾਸਿਓਂ ਸਾਡੇ ਸਾਹਮਣੇ ਆਉਂਦੇ ਆ। ਮਾਈਕ ਪੈਂਸ ਇੱਕ ਜ਼ਬਰਦਸਤ ਉਮੀਦਵਾਰ ਹੋ ਸਕਦੇ ਆ ਨੋਮੀਨੇਸ਼ਨ ਦੇ ਲਈ, ਕਿਉਂਕਿ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਬਹੁਤ ਲੰਬਾ ਸਮਾਂ ਇਹ ਰਹੇ ਆ। 48ਵੇਂ ਵਾਈਸ ਪ੍ਰੈਜ਼ੀਡੈਂਟ ਯੂਨਾਈਟਿਡ ਸਟੇਟਸ ਦੇ 2017 ਤੋਂ ਲੈ ਕੇ 2021 ਤੱਕ, ਜਦੋਂ ਤੱਕ ਰਾਸ਼ਟਰਪਤੀ ਟਰੰਪ ਸੀਗੇ। 1959 ਨੂੰ ਇਹਨਾਂ ਦਾ ਜਨਮ ਹੋਇਆ ਸੀ ਆਪਣੇ ਕੋਲੰਬਸ ਦੇ ਵਿੱਚ, ਇੰਡੀਆਨਾ ਦੇ ਵਿੱਚ। ਲੰਬਾ ਇਹਨਾਂ ਦਾ ਬੜਾ ਪੋਲੀਟੀਕਲ ਕੈਰੀਅਰ ਆ, ਵੱਖ-ਵੱਖ ਖੇਤਰਾਂ ਦੇ ਵਿੱਚ ਗਏ ਆ, ਵਾਈਸ ਪ੍ਰੈਜ਼ੀਡੈਂਟ ਤੱਕ ਹੌਲੀ ਪਹੁੰਚੇ ਆ। ਇੰਡੀਆਨਾ ਦੇ ਗਵਰਨਰ ਰਹੇ ਆ ਪਹਿਲਾਂ, ਜਦੋਂ ਵਾਈਸ ਪ੍ਰੈਜ਼ੀਡੈਂਟ ਨਹੀਂ ਬਣੇ ਸੀ ਉਸ ਵੇਲੇ ਇੰਡੀਆਨਾ ਦੇ ਗਵਰਨਰ ਸੀ। 13 ਤੋਂ ਲੈ ਕੇ 17 ਤੱਕ 4 ਸਾਲ ਉੱਥੋਂ ਦੇ ਗਵਰਨਰ ਰਹੇ ਆ। ਅਤੇ ਇਹਦੇ ਤੋਂ ਬਾਅਦ ਫਿਰ ਇਹ 1 ਤੋਂ ਲੈ ਕੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ 12 ਸਾਲ 2001 ਤੋਂ ਲੈ ਕੇ 13 ਤੱਕ ਇਹ ਕੰਗਰੈਸ਼ਨਲ ਡਿਸਟ੍ਰਿਕਟ ਦੇ ਹਾਊਸ ਆਫ ਕਾਮਨਸ ਦੇ ਮੈਂਬਰ ਰਹੇ ਆ। ਅਤੇ ਕਾਫੀ ਇਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਆ, ਮੰਨਿਆ ਜਾਂਦਾ ਇਹਨਾਂ ਨੂੰ ਕੰਜ਼ਰਵੇਟਿਵ ਵਿਊਜ਼ ਦੇ ਲਈ, ਕਾਫੀ ਕੱਟੜ ਕੰਜ਼ਰਵੇਟਿਵ ਆ, ਉਸ ਕਿਸਮ ਦੀ ਸੋਚ ਹੈ ਇਹਨਾਂ ਦੀ। ਔਰ ਜਿਹੜੇ ਰਿਪਬਲਿਕਨ ਪ੍ਰਿੰਸੀਪਲਸ ਆ, ਰਿਪਬਲਿਕਨ ਪਾਰਟੀ ਦੇ ਸਿਧਾਂਤ ਆ, ਉਹਨਾਂ ਦੇ ਨਾਲ ਬਹੁਤ ਨੇੜਿਓਂ ਅਤੇ ਸਖਤ ਤਰੀਕੇ ਦੇ ਨਾਲ ਜੁੜੇ ਆ। ਜਿਹੜੀਆਂ ਕੁਛ ਇਹਨਾਂ ਦੀਆਂ ਮਾਈਕ ਪੈਂਸ ਦੀ ਜੇ ਨੋਮੀਨੇਸ਼ਨ ਹੁੰਦੀ ਆ, ਜਾਂ ਇਹਨਾਂ ਦੀ ਪਾਰਟੀ ਦੇ ਲੋਕ ਇਹਨਾਂ ਨੂੰ ਵੋਟਾਂ ਕਿਉਂ ਪਾਉਂਦੇ ਆ, ਜਾਂ ਪਾਰਟੀ ਕਿਉਂ ਇਹਨਾਂ ਨੂੰ ਚੂਜ਼ ਕਰਦੀ ਆ, ਇਹ ਕੁਛ ਮੁੱਦਿਆਂ ਦੇ ਉੱਤੇ ਬਹੁਤ ਸਖਤ ਰਹੇ ਆ। ਜਿਹੜੀ ਫ੍ਰੀ ਮਾਰਕੀਟ, ਸਰਕਾਰ ਦੀ ਫ੍ਰੀ ਮਾਰਕੀਟ ਇਕੋਨੋਮਿਕਸ ਆ, ਉਹਦੇ ਇਸੇ ਤਰ੍ਹਾਂ ਹੀ ਜਿਹੜਾ ਸੋਸ਼ਲ ਕੰਜ਼ਰਵੇਟਿਜ਼ਮ ਆ, ਉਹਦੇ ਮਾਈਕ ਪੈਂਸ ਬਹੁਤ ਵੱਡੇ ਐਡਵੋਕੇਟ ਰਹੇ ਆ। ਦੂਜਾ ਇਹਨਾਂ ਨੇ ਜਿਹੜੇ ਪ੍ਰੋ ਲਾਈਫ ਪੋਲਿਸੀਜ਼ ਆ, ਉਹਦੇ ਇਹ ਸਪੋਰਟਰ ਰਹੇ ਆ। ਜਿਹੜਾ ਅਬੋਰਸ਼ਨ ਦੇ ਉੱਤੇ ਜਿੰਨਾ ਰੌਲਾ ਰੱਪਾ ਅਮਰੀਕਾ ਦੇ ਵਿੱਚ ਪਿਆ ਆ, ਉਹਦੇ ਵਿੱਚ ਜਿਹੜੇ ਪ੍ਰੋ ਲਾਈਫ ਵਾਲੇ ਸੀ ਉਹਨਾਂ ਦੇ ਵਿੱਚ ਮਾਈਕ ਪੈਂਸ ਦਾ ਨਾਂ ਪਹਿਲਿਆਂ ਦੇ ਵਿੱਚ ਆਉਂਦਾ ਆ। ਇਸੇ ਤਰ੍ਹਾਂ ਹੀ ਬਹੁਤ ਜਿਹੜੇ ਕ੍ਰਿਸਚੀਅਨ ਫੇਥ ਆ, ਇਸ ਧਰਮ ਦੇ ਵਿੱਚ ਯਕੀਨ ਆ, ਉਹਦੇ ਬਹੁਤ ਵੋਕਲ ਆ, ਓਪਨਲੀ ਕਹਿੰਦੇ ਆ। ਅਤੇ ਜਿਹਨੇ ਮਤਲਬ ਉਹ ਕ੍ਰਿਸਚੀਅਨ ਧਰਮ, ਅਤੇ ਉਹਦੇ ਵਿੱਚੋਂ ਹੀ ਇਹ ਸਾਰੇ ਜਿਹੜੇ ਰਾਜਨੀਤਿਕ ਬਲੀਫਸ ਨੇ ਇਹ ਨਿਕਲੇ ਨੇ, ਜਿਹਦੇ ਨਾਲ
ਇਹ ਜਿਹੜਾ ਪ੍ਰੋ ਲਾਈਫ ਵਾਲੇ ਵੀ ਅਬੋਰਸ਼ਨ ਨਹੀਂ ਕਰਨਾ ਚਾਹੀਦਾ, ਜਿਹੜਾ ਵੀ ਬੱਚਾ ਆ ਗਿਆ ਦੁਨੀਆ ਦੇ ਉੱਤੇ ਉਹਨੂੰ ਮਾਰਿਆ ਨਹੀਂ ਜਾ ਸਕਦਾ, ਉਹ ਜਿਹੜੀ ਸਾਰੀ ਸੋਚ ਇਹਨਾਂ ਦੀ ਨਿਕਲਦੀ ਆ। ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਸੀ ਉਹਨਾਂ ਦੇ ਟੈਨਿਓਰ ਦੇ ਵੇਲੇ ਇਹਨਾਂ ਦਾ ਬੜਾ ਸਿਗਨੀਫਿਕੈਂਟ ਰੋਲ ਰਿਹਾ ਆ ਕਈ ਇਹਨਾਂ ਦੀਆਂ ਪਾਲਿਸੀਜ਼ ਨੂੰ, ਇਹਨਾਂ ਦੇ ਏਜੰਡੇ ਨੂੰ ਲਾਗੂ ਕਰਨ ਦੇ ਵਿੱਚ। ਵਾਈਟ ਹਾਊਸ ਦੇ ਵਿੱਚ ਜਦੋਂ ਇਹ ਰਹੇ ਆ ਉੱਥੇ ਚੇਅਰ ਕੀਤਾ ਇਹਨਾਂ ਨੇ ਜਿਹੜੀ ਕਰੋਨਾ ਵਾਇਰਸ ਟਾਸਕ ਫੋਰਸ ਨੂੰ, ਮਾਈਕ ਪੈਂਸ ਨੇ ਖਾਸ ਤੌਰ ਦੇ ਉੱਤੇ, ਇਹ ਇੱਕ ਬਹੁਤ ਵੱਡਾ ਸਟੈਪ ਸੀ ਇਹਨਾਂ ਦਾ, ਉੱਥੇ ਇਹਨਾਂ ਦਾ ਰੋਲ ਬਹੁਤ ਵੱਡਾ ਸੀ। ਔਰ ਦੂਜਾ ਇਹਨਾਂ ਨੇ ਜਿਹੜੀ ਟੈਕਸ ਕੱਟ ਸੀਗੇ ਡੀਰੈਗੂਲਾਈਜੇਸ਼ਨ ਦੇ ਉੱਤੇ ਜਾਂ ਜਿਹੜੀ ਕੰਜ਼ਰਵੇਟਿਵ ਜੁਡੀਸ਼ੀਅਲ ਅਪਾਇੰਟਮੈਂਟ ਸੀਗੀਆਂ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਕਾਫੀ ਮਹੱਤਵਪੂਰਨ ਰੋਲ ਦੱਸਿਆ ਜਾ ਰਿਹਾ। ਮੰਨਿਆ ਜਾਂਦਾ ਬੜੇ ਠੰਡੇ ਸੁਭਾਅ ਦੇ ਆ ਇਹ, ਅਤੇ ਅਕਸਰ ਇਹਨਾਂ ਨੂੰ ਜਿਹੜਾ ਡਿਸਿਪਲਨਡ, ਇੱਕ ਬਹੁਤ ਡਿਸਿਪਲਨ ਵਾਲੇ ਵਿਅਕਤੀ ਵਜੋਂ ਮੰਨਿਆ ਜਾਂਦਾ ਆ। ਦੂਜਾ ਇਹਨਾਂ ਦਾ ਜਿਹੜਾ ਬੋਲਣ ਦੀ ਜਿਹੜੀ ਕਲਾ ਆ ਇਹਨਾਂ ਦੇ ਕੋਲ, ਉਹ ਬਹੁਤ ਵਧੀਆ ਆ, ਕਨਵੇ ਕਰਨ ਦੀ ਗੱਲ, ਆਪਣੀ ਮੈਸੇਜ ਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਕਨਵੇ ਕਰਦੇ ਆ। ਇਸ ਚੀਜ਼ ਦਾ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਹੋਣਾ। ਫਿਰ ਇਹਨਾਂ ਦਾ ਪੋਲੀਟੀਕਲ ਕੈਰੀਅਰ ਬਹੁਤ ਇੱਦਾਂ ਵੀ ਨਹੀਂ ਹੈ ਕਿ ਕੋਈ ਕੰਟਰੋਵਰਸੀ ਨਹੀਂ ਇਹਨਾਂ ਦੇ ਵਿੱਚ ਰਹੀ। ਇਹਨਾਂ ਦੇ ਜਿਹੜੇ LGBTQ+ ਵਾਲੇ ਰਾਈਟਸ ਵਾਲੇ ਮਾਮਲੇ ਸੀਗੇ, ਜਾਂ ਰੀਪਰੋਡਕਟਿਵ ਰਾਈਟਸ ਸੀਗੇ, ਜਾਂ ਜਿਹੜੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਕ੍ਰਿਟਿਸਿਜ਼ਮ ਵੀ ਬਹੁਤ ਹੁੰਦਾ ਰਿਹਾ ਇਹਨਾਂ ਸਾਰਿਆਂ ਦੇ ਉੱਤੇ। ਓਵਰਆਲ ਜੇਕਰ ਦੇਖਿਆ ਜਾਵੇ ਤਾਂ ਇੱਕ ਵੱਡਾ ਇੰਪੈਕਟ ਅਮਰੀਕਾ ਦੀਆਂ ਪਾਲਿਸੀਜ਼ ਦੇ ਉੱਤੇ, ਖਾਸ ਤੌਰ ਦੇ ਉੱਤੇ ਜਿਹੜੀ ਕੰਜ਼ਰਵੇਟਿਵ ਮੂਵਮੈਂਟ ਆ ਅਮਰੀਕਾ ਦੀ, ਉਹਦੇ ਉੱਤੇ ਮਾਈਕ ਪੈਂਸ ਦਾ ਬਹੁਤ ਵੱਡਾ ਰੋਲ ਮੰਨਿਆ ਜਾਂਦਾ ਆ। ਅਤੇ ਹੁਣ ਜਦੋਂ ਇਹ ਦੌੜ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਇਸ ਵੇਲੇ ਦੇਖਿਆ ਜਾਊਗਾ ਕਿ ਕੀ ਇਹਨਾਂ ਦਾ ਬਣਦਾ ਹੈ। ਹਾਲਾਂਕਿ ਜਿਹੜੀ ਇਹਨਾਂ ਦੀ ਕੈਂਪੇਨ ਆ, ਉਹਦੀ ਅਨਾਊਂਸਮੈਂਟ ਆ ਸਭ ਤੋਂ ਪਹਿਲਾਂ ਮੈਸੇਂਜਰ ਦੇ ਉੱਤੇ ਆਈ ਸੀ, ਅਤੇ ਹੌਲੀ ਹੌਲੀ ਫਿਰ ਜਿਹੜੀ ਪ੍ਰਾਇਮਰੀ ਸਟੇਟ ਸੀਗੀਆਂ ਅਤੇ ਉੱਥੋਂ ਇਸ਼ੂਜ਼ ਦੂਜੇ ਰਿਪਬਲਿਕਨਸ ਦੇ ਵਿੱਚ ਇਹਨਾਂ ਨੂੰ ਅਨਕੰਫਰਟੇਬਲ ਹੋਏ ਸੀ। ਉਹਨਾਂ ਨੇ ਕਿਹਾ ਵੀ ਚੇਂਜ ਮੈਡੀਕੇਅਰ ਦੇ ਲਈ, ਸੋਸ਼ਲ ਸਿਕਿਉਰਿਟੀ ਦੇ ਲਈ, ਜਾਂ ਅਬੋਰਸ਼ਨ ਰੈਸਟ੍ਰਿਕਸ਼ਨਸ ਨੂੰ ਇਹਨਾਂ ਨੇ ਐਡਵੋਕੇਸੀ ਕੀਤੀ ਸੀ ਰੋ ਵਰਸਸ ਵੇਡ ਮਾਮਲੇ ਦੇ ਵਿੱਚ। ਇਸ ਕਰਕੇ ਵੀ ਇਹ ਚਰਚਾ ਦੇ ਵਿੱਚ ਰਹੇ ਆ। ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੌਣ ਇਸ ਦੌੜ ਦੇ ਵਿੱਚ ਸ਼ਾਮਲ ਹੁੰਦਾ, ਪਰ ਲਗਭਗ ਸਥਿਤੀ ਜਿਹੜੀ ਇਸ ਵੇਲੇ ਸਪਸ਼ਟ ਹੋ ਹੀ ਚੁੱਕੀ ਆ। ਅਤੇ ਇਸ ਮਾਮਲੇ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਹੋਰ ਕੌਣ ਇਸ ਦੌੜ ਦੇ ਵਿੱਚ ਸ਼ਾਮਲ ਆ, ਅਤੇ ਕੀ ਮਾਈਕ ਪੈਂਸ ਨੂੰ ਪਾਰਟੀ ਨੋਮੀਨੇਟ ਕਰਦੀ ਆ ਰਾਸ਼ਟਰਪਤੀ ਦੌੜ ਦੀ ਉਮੀਦਵਾਰ ਵਜੋਂ ਜਾਂ ਨਹੀਂ। ਅੱਜ ਇੱਕ ਹੋਰ ਖਬਰ ਬਹੁਤ ਚਰਚਾ ਦੇ ਵਿੱਚ ਆ। ਉਹ ਖਬਰ ਇਹ ਆ ਕਿ ਅਮਰੀਕਾ ਦੀ ਜੇਲ੍ਹ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਆ। ਇਹ ਵਿਅਕਤੀ ਖਾਸ ਸੀ, ਰੋਬਰਟ ਹੈਂਸਨ ਇਹਦਾ ਨਾਂ ਦੱਸਦੇ ਆ। ਰੋਬਰਟ ਹੈਂਸਨ ਕੌਣ ਸੀ? ਇੱਕ ਜਸੂਸ ਸੀ। ਜਸੂਸ ਕਿਹਦਾ ਸੀ? ਅਮਰੀਕਾ ਦਾ ਜਸੂਸ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇ ਅਮਰੀਕਾ ਦਾ ਜਸੂਸ ਸੀ ਤਾਂ ਅਮਰੀਕਾ ਦੀ ਜੇਲ੍ਹ 'ਚ ਕੀ ਕਰਦਾ ਸੀ? ਇਹ ਦਰਅਸਲ ਜਸੂਸ ਕਹਿੰਦੇ ਅਮਰੀਕਾ ਦਾ ਸੀ, ਪਰ ਅਮਰੀਕਾ ਦੀ ਜਿਹੜੀ ਸੀਕ੍ਰੇਸੀ ਸੀ, ਇਹਨਾਂ ਦੀਆਂ ਗੁਪਤ ਗੱਲਾਂ ਸੀ, ਉਹ ਰੂਸ ਨੂੰ ਜਾ ਕੇ ਦੱਸਦਾ ਸੀ। ਇਸ ਮਾਮਲੇ ਦੇ ਵਿੱਚ ਇਹਨੂੰ ਜੇਲ੍ਹ ਹੋ ਗਈ ਸੀ, ਅਤੇ ਜੇਲ੍ਹ ਦੇ ਵਿੱਚ ਹੀ ਹੁਣ ਇਹਦੀ ਮੌਤ ਹੋ ਗਈ ਹੈ। ਬਹੁਤ ਵਾਰੀ ਇੱਦਾਂ ਹੁੰਦਾ ਕਿ ਜਿਹੜੇ ਸਪਾਈ ਹੁੰਦੇ ਆ ਉਹ ਇੱਕ ਦੇਸ਼ ਦੇ ਲਈ ਕੰਮ ਕਰਦੇ ਆ ਅਤੇ ਮੁੜ ਕੇ ਦੂਜੇ ਦੇਸ਼ ਨਾਲ ਰਲ ਜਾਂਦੇ। ਇਸੇ ਤਰ੍ਹਾਂ ਇਸ ਨੇ ਕੀਤਾ। ਜਿਹੜੀ ਲੀਕ ਕੀਤੀ ਇਹਨੇ ਮਾਸਕੋ ਨੂੰ, FBI ਦੀ ਜਿਹੜੀ ਬਹੁਤੀ ਸੀਗੀ, ਔਰ ਇਹਨੂੰ ਇੱਦਾਂ ਮੰਨਿਆ ਜਾਂਦਾ ਹੁਣ ਤੱਕ, ਮੈਂ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਵੀ ਇਹ ਬਹੁਤ ਵਾਰੀ ਇੱਦਾਂ ਹੋ ਜਾਂਦਾ, ਪਰ ਇਸ ਵਿਅਕਤੀ ਦੇ ਵਿੱਚ, ਇਹਦੇ ਰੋਬਰਟ ਹੈਂਸਨ ਦੇ ਵਿੱਚ ਖਾਸ ਕੀ ਸੀ? ਅਮਰੀਕਾ ਨੂੰ ਅਮਰੀਕਾ ਦੀ ਇੰਟੈਲੀਜੈਂਸ ਨੂੰ ਅੱਜ ਤੱਕ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਨੇ ਇੰਨਾ ਨੁਕਸਾਨ ਨਹੀਂ ਪਹੁੰਚਾਇਆ ਜਿੰਨਾ ਰੋਬਰਟ ਹੈਂਸਨ ਨੇ ਪਹੁੰਚਾਇਆ ਸੀ। ਹੁਣ ਇੱਕ ਪਾਸੇ ਤੇ ਉਹ ਅਮਰੀਕਾ ਦੀ ਜਿਹੜੀ FBI ਦਾ ਬੰਦਾ ਆ, ਉਹ ਸਾਰਾ ਕੰਮ ਕਰ ਰਿਹਾ ਆ, ਅਤੇ ਦੂਜੇ ਪਾਸੇ ਉਹ ਸਾਰੀ ਦੀ ਸਾਰੀ ਇਹਨਾਂ ਦੀ ਜਾਣਕਾਰੀ ਜਾ ਕੇ ਰੂਸ ਨੂੰ ਦੇ ਦਿੰਦਾ ਆ। ਇਹਦੀ ਉਮਰ 79 ਸਾਲ ਸੀ। ਕਹਿੰਦੇ ਆ ਕਿ ਉੱਥੇ ਜਿਹੜੀ ਕੋਲੋਰਾਡੋ ਦੇ ਵਿੱਚ ਜੇਲ੍ਹ ਦੇ ਵਿੱਚ ਸੀਗਾ। ਇਹ ਸਵੇਰੇ 7 ਵਜੇ ਦੱਸਦੇ ਆ ਕਿ ਅਨਰਿਸਪੌਂਸਿਵ ਸੀਗਾ, ਇਹਦੀ ਮੌਤ ਹੋ ਗਈ ਆ ਉੱਥੇ। ਉਹਨੂੰ ਬਚਾਉਣ ਦੇ ਵਿੱਚ ਸਫਲ ਰਹੇ ਆ। ਪਤਾ ਨਹੀਂ ਲੱਗਿਆ ਗੱਲਬਾਤ ਇਹ ਕੀ ਹੋਈ ਆ। ਇਹਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਇਹ ਜੇਲ੍ਹ ਦੇ ਵਿੱਚ ਸੀਗਾ, 2002 ਦੇ ਵਿੱਚ ਆਇਆ ਸੀ, ਅਤੇ ਹੁਣ ਤੱਕ ਜੇਲ੍ਹ ਦੇ ਵਿੱਚ ਸੀ। ਇਹਨੇ ਡੈਮੇਜ ਕੀਤਾ ਸੀ 2 ਦਹਾਕਿਆਂ ਤੋਂ ਬਾਅਦ ਤੱਕ FBI ਨੂੰ ਜਾ ਕੇ ਇਹਦਾ ਸਾਰਾ ਕੁਝ ਜਿਹੜਾ ਸੀਗਾ ਕਿ ਜੋ ਕੁਝ ਇਸ ਬੰਦੇ ਨੇ ਉਧਰਲੇ ਪਾਸੇ ਜਾ ਕੇ ਸੂਚਨਾ ਦਿੱਤੀ ਹੈ। 2001 ਦੇ ਵਿੱਚ ਇਹਨੂੰ ਅਰੈਸਟ ਕੀਤਾ ਸੀ। ਸਪਾਈਂਗ ਦੇ ਦੋਸ਼ ਇਹਦੇ 'ਤੇ ਲੱਗੇ ਸੀ ਵੀ ਅਮਰੀਕਾ ਦੇ ਲਈ, ਰੂਸ ਦੇ ਲਈ ਇਹ ਜਸੂਸੀ ਕਰ ਰਿਹਾ ਸੀ, ਜਾਂ ਜਿਹੜਾ ਸਾਬਕਾ ਸੋਵੀਅਤ ਯੂਨੀਅਨ ਸੀਗਾ ਉਹਦੇ ਲਈ। FBI ਦੇ ਕਹਿਣ ਅਨੁਸਾਰ ਇਹਦਾ ਨਾਂ ਰੈਮਨ ਗ੍ਰੇਸ਼ੀਆ ਸੀਗਾ, ਮਤਲਬ ਰੂਸ ਵਾਲਿਆਂ ਨੇ ਇਹਦਾ ਜਿਹੜਾ ਨਾਂ ਸੀਗਾ ਉਹ ਰੈਮਨ ਗ੍ਰੇਸ਼ੀਆ ਦੱਸਿਆ ਸੀ। ਜਿਹੜੇ ਰਸ਼ੀਅਨ ਹੈਂਡਲਰ ਸੀ ਇਹਦੇ, ਉਹ ਇਹਨੂੰ ਰੈਮਨ ਗ੍ਰੇਸ਼ੀਆ ਦੇ ਨਾਂ ਨਾਲ ਸੱਦਦੇ ਸੀਗੇ। ਅਤੇ ਬਹੁਤ ਕਹਿੰਦੇ ਜਿਹੜੇ ਹਾਈਲੀ ਕਲਾਸੀਫਾਈਡ ਕੁਛ ਨੈਸ਼ਨਲ ਸਿਕਿਉਰਿਟੀ ਇਨਫੋਰਮੇਸ਼ਨ ਸੀਗੀ,
ਇਹ ਇਹਨੇ ਉੱਧਰ ਜਾ ਕੇ ਦਿੱਤੀ ਸੀ ਤੇ ਜਿਹਦੇ ਨਾਲ ਜਿੱਡਾ ਵੱਡਾ ਨੁਕਸਾਨ, ਜਿੱਦਾਂ ਪਹਿਲਾਂ ਦੱਸਿਆ ਕਿ ਅਮਰੀਕਾ ਦਾ ਇਸ ਇਕੱਲੇ ਬੰਦੇ ਨੇ ਉਹਨਾਂ ਦੀ ਜਿਹੜੀ ਇਹ ਸੀਕ੍ਰੇਸੀ ਲੀਕ ਕਰਨ ਦੇ ਵਿੱਚ ਕੀਤਾ, ਅੱਜ ਤੱਕ ਏਡਾ ਵੱਡਾ ਨੁਕਸਾਨ ਪਹਿਲਾਂ ਕਦੇ ਨਹੀਂ ਹੋਇਆ ਸੀ। ਤਾਂ ਇਸ ਕਰਕੇ ਇਸ ਵਿਅਕਤੀ ਦੀ ਵੀ ਚਰਚਾ ਜਿਹੜੀ ਇਸ ਵੇਲੇ ਕਾਫੀ ਜ਼ਿਆਦਾ ਚੱਲ ਰਹੀ ਹੈ। ਇਸ ਵਿਅਕਤੀ ਦੇ ਬਾਰੇ ਵੀ ਲੋਕ ਪਤਾ ਕਰ ਰਹੇ ਵੀ ਕੌਣ ਸੀਗਾ ਇਹ ਸਾਬਕਾ FBI ਦਾ ਏਜੰਟ, ਜਿਸ ਤਰੀਕੇ ਨਾਲ ਇਹਨੇ ਅਮਰੀਕਾ ਨੂੰ ਡੈਮੇਜ ਕੀਤਾ। 1994 ਦੇ ਵਿੱਚ ਇਹਦਾ ਸ਼ਿਕਾਗੋ ਦੇ ਵਿੱਚ ਇਲੀਨੋਇਸ ਦੇ ਵਿੱਚ ਜਨਮ ਹੋਇਆ ਸੀ ਤੇ 25 ਸਾਲਾਂ ਦਾ ਸੀ ਜਦੋਂ ਇਹ FBI ਏਜੰਟ ਬਣ ਗਿਆ ਸੀ। 2001 ਦੇ ਵਿੱਚ ਫਿਰ ਇਹਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਜਿਹੜੀ ਇਹਨਾਂ ਨੇ ਜਿਹੜੇ ਮਤਲਬ ਕਾਫੀ ਜ਼ਿਆਦਾ ਇਹਨੇ ਜਿਹੜਾ ਜਿਹਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਡਬਲ ਏਜੰਟ ਕਹਿੰਦੇ ਆ ਕਿ ਸੋਵੀਅਤ ਯੂਨੀਅਨ ਜਿਹੜਾ ਰਸ਼ੀਆ ਸੀ ਉਹਦੇ ਲਈ ਇਹਨੇ ਦੋਹਰਾ ਰੋਲ ਪਲੇ ਕੀਤਾ। ਤੇ ਜਿਹੜਾ ਇਹ ਕੰਮ ਸੀਗਾ ਇਹਨੇ 1970 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਜਿਹੜੀ ਇਨਫੋਰਮੇਸ਼ਨ ਆ ਸੋਵੀਅਤ ਯੂਨੀਅਨ ਨੂੰ ਦੇਣੀ ਸ਼ੁਰੂ ਕੀਤੀ ਸੀ ਤੇ ਕਈ ਸਾਲਾਂ ਦੇ ਬਾਅਦ ਜਿਹੜੀ ਬਹੁਤ ਸਾਰੀ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਸੀਗੀ, ਫਿਰ ਟੈਕਨੀਕਸ ਇਹਨਾਂ ਦੀਆਂ ਜਿਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਸੀ, ਉਹਨੂੰ ਖਤਰਾ ਸੀ, ਉਹ ਸਾਰਾ ਕੁਝ ਇਸ ਵਿਅਕਤੀ ਨੇ ਉਹਨਾਂ ਨੂੰ ਦੇ ਦਿੱਤਾ ਸੀ ਤੇ 2002 ਦੇ ਵਿੱਚ ਫਿਰ ਇਹਨੂੰ ਗਿਲਟੀ ਪਲੀ ਕੀਤਾ ਗਿਆ ਸੀ। ਬਹੁਤ ਸਾਰੇ ਚਾਰਜ ਇਹ 'ਤੇ ਲੱਗੇ ਸੀ ਤੇ ਉਦੋਂ ਦਾ ਇਹ ਜੇਲ੍ਹ ਦੇ ਵਿੱਚ ਸੀ, ਜਿਹਦੀ ਹੁਣ ਮੌਤ ਹੋ ਗਈ ਦੱਸੀ ਜਾ ਰਹੀ ਹੈ। ਤੇ ਇਹ ਵਿਅਕਤੀ ਇਸ ਕਰਕੇ ਵੀ ਕਾਫੀ ਚਰਚਾ ਦੇ ਵਿੱਚ ਆ ਕਿ ਇਹ ਅਮਰੀਕਾ ਦੀ ਇਹ ਵੀ ਇੰਟੈਲੀਜੈਂਸ ਸੀਗੀ ਕਿ ਉਹਨਾਂ ਨੇ ਇਹਨੂੰ ਫੜ ਲਿਆ ਸੀ, ਪਤਾ ਲਾ ਲਿਆ ਸੀ ਕਿ ਇੱਕ ਪਾਸੇ ਬੰਦਾ ਸਾਡਾ ਆ ਪਰ ਰੂਸ ਦੇ ਲਈ ਜਸੂਸੀ ਕਰ ਰਿਹਾ। ਤੁਹਾਨੂੰ ਪਤਾ ਰੂਸ ਤੇ ਅਮਰੀਕਾ ਦੋ ਦੁਨੀਆ ਦੀਆਂ ਵੱਡੀਆਂ ਤਾਕਤਾਂ, ਜਦੋਂ ਤੱਕ ਰੂਸ ਹੈਗਾ ਉਦੋਂ ਤੱਕ ਅਮਰੀਕਾ ਦੇ ਨਾਲ ਬਰਾਬਰ ਦੀ ਟੱਕਰ ਉਹਨਾਂ ਨੇ ਲਈ ਆ, ਪਰ ਜਦੋਂ ਤਬਾਹ ਹੋ ਗਿਆ ਉਸ ਵੇਲੇ ਫਿਰ ਦੁਨੀਆ ਦੀ ਸਿੱਧੀ ਤਾਕਤ ਜਿਹੜੀ ਅਮਰੀਕਾ ਇਹ ਬਣ ਗਈ। ਅਗਲੀ ਖਬਰ ਕੈਂਸਰ ਦੀਆਂ ਦਵਾਈਆਂ ਦੇ ਸੰਬੰਧ ਵਿੱਚ ਆ। ਕੈਂਸਰ ਦੀਆਂ ਦਵਾਈਆਂ ਦੀ ਸ਼ਾਰਟੇਜ ਆ ਅਮਰੀਕਾ ਦੇ ਵਿੱਚ, ਦਵਾਈਆਂ ਮਿਲ ਨਹੀਂ ਰਹੀਆਂ, ਖਾਸ ਕਰਕੇ ਜਿਹੜੀਆਂ ਕੈਮੋਥੈਰੇਪੀ ਆ, ਔਰ ਰੈਕਡ ਹਾਈ ਸ਼ਾਰਟੇਜ ਇਹਨਾਂ ਦੀ ਦੱਸੀ ਜਾ ਰਹੀ ਹੈ। ਪਹਿਲਾਂ ਕਦੇ ਇੰਨੀਆਂ ਦਵਾਈਆਂ ਇਹ ਘਟੀਆਂ ਨਹੀਂ ਸੀ ਜਿੰਨੀਆਂ ਇਸ ਵੇਲੇ ਆ। ਜਿਹੜੇ ਲੋਕ ਹੁਣ ਟ੍ਰੀਟਮੈਂਟ ਦੇ ਉੱਤੇ ਆ ਉਹਨਾਂ ਦਾ ਜੀਵਨ ਖਤਰੇ ਦੇ ਵਿੱਚ ਆ। ਮੈਜੋਰਿਟੀ ਜਿਹੜੇ ਨੇ ਉਹ ਜਿਹੜੀਆਂ ਹੈਗੀਆਂ ਨੇ ਸਸਤੀਆਂ ਤੇ ਜੈਨਰਿਕ ਡਰੱਗਸ ਇਹਦੇ ਵਿੱਚ ਯੂਟੀਲਾਈਜ਼ ਕੀਤੀਆਂ ਜਾਂਦੀਆਂ ਦਵਾਈਆਂ ਵਜੋਂ ਇਹਦੇ ਵਿੱਚ ਲੰਬੇ ਸਮੇਂ ਤੋਂ ਇਸ ਮਾਮਲੇ ਦੇ ਵਿੱਚ। ਤੇ ਹੁਣ ਉਹਦੇ ਨਾਲ ਹੋਇਆ ਕੀ ਆ ਕਿ ਜਿਹੜੀਆਂ ਦੂਜੀਆਂ ਦਵਾਈਆਂ ਬਣਾਉਣ ਵਾਲਿਆਂ ਦੀ ਦਿਲਚਸਪੀ ਇਸ ਕੰਮ ਦੇ ਵਿੱਚ ਘਟ ਗਈ, ਕਿਉਂਕਿ ਪੈਸੇ ਬਹੁਤੇ ਬਚਦੇ ਨਹੀਂ ਸੀ। ਜਿਹੜੀਆਂ ਜੈਨਰਿਕ ਦਵਾਈਆਂ ਉਹ ਜ਼ਿਆਦਾ ਬਣਨ ਲੱਗ ਪਈਆਂ ਸੀ। ਕੈਨੇਡਾ ਦੇ ਵਿੱਚ ਵੀ ਕੈਂਸਰ ਦੀਆਂ ਦਵਾਈਆਂ ਦੀ ਘਾਟ ਦੱਸੀ ਜਾ ਰਹੀ ਹੈ। ਪਿਛਲੇ ਸਾਲ ਦੇ ਅੰਤ ਤੱਕ 295 ਐਕਟਿਵ ਮੈਡੀਸਨ ਸ਼ਾਰਟੇਜਸ ਸੀਗੀਆਂ, ਜਿਨ੍ਹਾਂ ਦੇ ਵਿੱਚ ਐਂਟੀਬਾਇਓਟਿਕ ਵੀ ਸੀਗੀਆਂ, ਐਨੈਸਥੈਟਿਕਸ ਵੀ ਸੀਗੀਆਂ, ਕਾਰਡੀਅਕ ਮੈਡੀਕੇਸ਼ਨ ਵੀ ਸੀਗੀ, ਕੈਮੋਥੈਰੇਪੀ ਡਰੱਗਸ ਵੀ ਦੱਸੀਆਂ ਜਾ ਰਹੀਆਂ। ਮਤਲਬ ਜਿਨ੍ਹਾਂ ਦੇ ਵਿੱਚ ਐਂਟੀਬਾਇਓਟਿਕ ਉਹਦੇ ਨਾਲ ਜਿਹੜੀਆਂ ਬੰਦੇ ਨੂੰ ਬੇਹੋਸ਼ ਕਰਨ ਦੇ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਆਪਰੇਸ਼ਨ ਤੋਂ ਪਹਿਲਾਂ, ਉਹਨਾਂ ਦੀ ਵੀ ਕਮੀ ਸੀਗੀ। ਇਸੇ ਤਰ੍ਹਾਂ ਕੈਮੋਥੈਰੇਪੀ ਦੀਆਂ ਜਿਹੜੀਆਂ ਡਰੱਗਸ ਨੇ ਕੈਂਸਰ ਦਾ ਇਲਾਜ ਕਰਨ ਦੇ ਲਈ ਕੁਝ ਖਾਸ ਫਲੂਇਡ ਬਾਡੀ ਦੇ ਵਿੱਚ ਭੇਜੇ ਜਾਂਦੇ ਆ, ਜਾਂ ਉਹ ਇੰਜੈਕਟ ਕੀਤੇ ਜਾਂਦੇ ਆ, ਇੰਜੈਕਸ਼ਨ ਲਾ ਕੇ, ਤੇ ਜਾਂ ਫਿਰ ਉਹਦੀਆਂ ਗੋਲੀਆਂ ਵੀ ਹੁੰਦੀਆਂ। ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਕੈਂਸਰ ਨੂੰ ਰੋਕਦੀਆਂ, ਇਹਨਾਂ ਸਾਰੀਆਂ ਦੀ ਕਮੀ ਆਈ ਹੈ ਇਸ ਵੇਲੇ। ਹੋਮਲੈਂਡ ਸਿਕਿਉਰਿਟੀ ਨੇ ਇਹ ਦੱਸਿਆ ਆ, ਜਾਂ ਗਵਰਨਮੈਂਟ ਅਫੇਅਰਸ ਨੇ, ਕਿ 30% ਵਾਧਾ ਹੋਇਆ 2021 ਤੋਂ ਲੈ ਕੇ ਕੈਮੋਥੈਰੇਪੀ ਡਰੱਗਸ ਦੇ ਵਿੱਚ, ਪਰਟੀਕੂਲਰਲੀ ਜਿਹੜੀਆਂ ਬੱਚਿਆਂ ਦੀਆਂ ਇਹ ਡਰੱਗਸ ਨੇ ਕੈਂਸਰ ਦੀਆਂ ਟਰੀਟ ਕਰਨ ਦੇ ਲਈ ਉਹਨਾਂ ਦੇ ਵਿੱਚ। ਤੇ ਮੈਡੀਕੇਸ਼ਨ ਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਪ੍ਰੋਲੋਂਗ ਸ਼ਾਰਟੇਜ ਆ, ਔਰ ਇੱਕ ਅੱਧੇ ਦਿਨ ਦੀ ਗੱਲ ਨਹੀਂ, ਲੰਬੇ ਸਮੇਂ ਤੋਂ ਸ਼ਾਰਟੇਜ ਚੱਲੀ ਆ ਰਹੀ ਹੈ। ਜਦੋਂ ਦਾ ਕੋਵਿਡ ਆ ਕੇ ਗਿਆ ਬਹੁਤ ਸਾਰੀਆਂ ਚੀਜ਼ਾਂ ਥਾਂ ਸਿਰ ਨਹੀਂ ਹੋ ਸਕੀਆਂ। ਕਦੇ ਮਿਸ਼ੀਗਨ ਦੀ ਐਬਟ ਕੰਪਨੀ ਦਾ ਜਿਹੜਾ ਫੈਕਟਰੀ ਆ ਉਹ ਬੰਦ ਹੋ ਜਾਂਦੀ ਹੈ, ਫਾਰਮੂਲੇ ਦੀ ਕਮੀ ਆ ਜਾਂਦੀ, ਬੱਚਿਆਂ ਦਾ ਪੀਣ ਵਾਲਾ ਜਿਹੜਾ ਫਾਰਮੂਲਾ ਉਹ ਨਹੀਂ ਮਿਲ ਰਿਹਾ ਕੈਨੇਡਾ ਅਮਰੀਕਾ ਦੇ ਵਿੱਚ। ਕਦੇ ਕੈਨੇਡਾ ਦੇ ਵਿੱਚ ਜਿਹੜੀ ਟਾਈਲਨੋਲ ਆ ਉਹਦੀ ਕਮੀ ਆ ਜਾਂਦੀ ਹੈ, ਐਡਵਲ ਦੀ ਕਮੀ ਆ ਜਾਂਦੀ ਹੈ। ਮਤਲਬ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਘੱਟ ਹੋਈ ਜਾਂਦੀਆਂ। ਤੇ ਹੁਣ ਜਿਹੜੀ ਸਭ ਤੋਂ ਵੱਡੀ ਦਿੱਕਤ ਸਾਹਮਣੇ ਆਈ ਹੈ, ਕੈਮੋਥੈਰੇਪੀ ਦੀ ਦਵਾਈ, ਜਿਹੜੀ ਬਿਮਾਰੀ ਕੈਂਸਰ ਆ ਉਹਦੇ ਤੋਂ ਬਚਣ ਦੇ ਲਈ, ਉਹਨੂੰ ਠੀਕ ਠਾਕ ਕਰਨ ਦੇ ਲਈ ਜਿਹੜੀ ਲਾਈ ਜਾਂਦੀ ਆ, ਉਹ ਜਿਹੜੀ ਉਹਦੀ ਕਮੀ ਦੱਸੀ ਜਾ ਰਹੀ ਹੈ। ਔਰ ਦੂਜਾ ਇਹ ਆ ਕਿ ਇਹ ਸਾਰੇ ਕੁਛ ਨੂੰ ਹੱਲ ਕਿੱਦਾਂ ਕੀਤਾ ਜਾਵੇ, ਜਾਂ ਉਹਨੂੰ ਸਬਸਟੀਟਿਊਟ ਕੀਤਾ ਜਾ ਸਕਦਾ ਹੈ ਦੂਜੇ ਦੇ ਨਾਲ। ਪਰ ਦੂਜਾ ਹੈਗਾ ਵੀ ਇਹ ਕੋਈ ਇੱਦਾਂ ਦੀ ਗੱਲਬਾਤ ਵੀ ਨਹੀਂ ਹੈ ਕਿ ਸਧਾਰਨ ਇਨਫੈਕਸ਼ਨ ਹੋਵੇ ਜਾਂ ਵੀ ਤੁਹਾਡੇ ਕੋਲ ਜੇ ਇੱਕ ਹੈ ਨਹੀਂ ਤਾਂ ਤੁਸੀਂ ਦੂਜੀ ਦੇ ਦਿਓ। ਇਹ ਕੈਮੋਥੈਰੇਪੀ ਆ, ਕੈਂਸਰ ਦਾ ਇਲਾਜ ਕਰਨ ਵਾਲੀ ਦਵਾਈ ਆ। ਇਹਦੇ ਨਾਲ ਪੇਸ਼ੈਂਟ ਨੂੰ ਜੇਕਰ ਨਹੀਂ ਮਿਲਿਆ ਤਾਂ ਉਹਦੀ ਮੌਤ ਹੋ ਸਕਦੀ ਆ। ਹੁਣ ਇਹਦਾ ਰੂਟ ਕਾਜ਼ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਐਕਸਪਰਟ ਦੱਸ ਰਹੇ ਆ ਕਿ ਜਿਹੜੀ ਜੈਨਰਿਕ ਡਰੱਗ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਫੋਰਨ ਮੈਨੂਫੈਕਚਰਿੰਗ ਆ ਉਹਦੇ ਵਿੱਚ ਜਾ ਕੇ ਸਪਲਾਈ ਚੇਨ ਦੇ ਵਿੱਚ ਸਾਹਮਣੇ ਆ ਰਹੀ ਆ। ਜਿਹੜੀਆਂ ਡਰੱਗਸ ਨੇ ਸ਼ਾਰਟ ਸਪਲਾਈ ਦੀਆਂ, ਉਹ ਮਤਲਬ ਇੱਦਾਂ ਕਰੋ ਕਿ ਬਲੋਕਬਸਟਰ ਨਹੀਂ ਹੈ। ਫਾਰਮਾਸਿਊਟੀਕਲ ਕੰਪਨੀਆਂ ਵੀ ਜਿਹੜੇ ਉਹਦੇ 'ਚੋਂ ਕੋਈ ਬਹੁਤਾ ਪੈਸਾ ਨਹੀਂ, ਜਿਹੜੀਆਂ ਉਹਨੂੰ ਵੱਖਰੇ ਤਰੀਕੇ ਦੇ ਨਾਲ ਜਿਹੜੀਆਂ ਦੇਖੀਆਂ ਜਾ ਰਹੀਆਂ ਆ, ਇਹ ਪੁਰਾਣੀਆਂ ਜੈਨਰਿਕ ਇੰਜੈਕਟੇਬਲ ਡਰੱਗਸ ਹੈਗੀਆਂ ਜਿਹੜੀਆਂ ਕੰਪਨੀਆਂ
ਮਤਲਬ ਜਿਨ੍ਹਾਂ ਦੇ ਉੱਤੇ ਫਾਇਦਾ ਕੰਪਨੀ ਨੂੰ ਬਹੁਤ ਨਹੀਂ ਹੁੰਦਾ, ਤੇ ਜੇ ਉਹਨਾਂ ਨੂੰ ਇਹਦੇ 'ਤੇ ਫਾਇਦਾ ਨਹੀਂ ਹੋ ਰਿਹਾ ਤਾਂ ਕਿਉਂ ਬਣਾਉਣਗੇ। ਇਹ ਵੀ ਇੱਕ ਕਾਰਨ ਆ ਕਿ ਇਹ ਚੀਜ਼ਾਂ ਜਿਹੜੀਆਂ ਘੱਟ ਬਣਾਈਆਂ ਜਾ ਰਹੀਆਂ। ਤੇ ਦੂਜਾ ਜਿਹੜਾ ਮੈਜੋਰਿਟੀ ਹੈ ਇਹਦੀ, ਹੁਣ ਇਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਕਿ ਇੱਕ ਜਿਹੜੀ ਕੰਪਨੀ ਆ ਉਹ ਡਿਸਾਈਡ ਕਰ ਲਵੇ ਉਹਨੇ ਮਾਰਕੀਟ ਦੇ ਵਿੱਚੋਂ ਬਾਹਰ ਜਾਣਾ ਆ ਤਾਂ ਪ੍ਰੋਡਕਸ਼ਨ ਪ੍ਰੋਬਲਮ ਆ ਜਾਊਗੀ, ਜਾਂ ਉਹ ਜਿਹੜੀ ਉਹਦੀ ਸੋਰਸਿੰਗ ਆ, ਜਿਹੜੇ ਇਹਦੇ ਰਾ ਇੰਗਰੀਡੀਐਂਟਸ ਆ, ਜਿਹੜਾ ਮਤਲਬ ਕੱਚਾ ਮਸਾਲਾ ਆ, ਜਿਹੜੇ ਉਹ ਮੋਲੀਕਿਊਲ ਆ, ਜਿਹੜੇ ਉਹ ਕੈਮੀਕਲ ਆ, ਉਹ 80% ਜਾਂ ਤਾਂ ਚੀਨ ਤੋਂ ਆਉਂਦੇ ਆ ਜਾਂ ਇੰਡੀਆ ਤੋਂ ਆਉਂਦੇ ਆ। ਤੇ ਉਹਦੇ ਨਾਲ ਹੁਣ ਡਰੱਗ ਸ਼ਾਰਟੇਜ ਹੋ ਜਾਂਦੀ ਹੈ। ਟ੍ਰੀਟਮੈਂਟ ਦੇ ਇਲਾਜ ਦਾ ਮਤਲਬ ਸਿੱਧਾ ਆ ਕਿ ਬੜੇ ਇਹਦੇ ਦੁਖਾਂਤਕ ਇਹਦੇ ਕੌਨਸੀਕੁਐਂਸਿਸ ਹੋ ਸਕਦੇ ਆ, ਟ੍ਰੈਜਿਕ ਕੌਨਸੀਕੁਐਂਸਿਸ ਹੋ ਸਕਦੇ ਆ। ਤੇ ਇਹ ਇਸ ਵੇਲੇ ਵਾਪਰ ਰਿਹਾ ਆ। ਲੋਕ ਕੈਂਸਰ ਦੀ ਦਵਾਈ, ਕੈਮੋਥੈਰੇਪੀ, ਜਿਹੜੇ ਕੈਮੋਥੈਰੇਪੀ ਦੇ ਉੱਤੇ ਆ, ਉਹਦੇ ਲਈ ਤਰਸ ਰਹੇ ਆ, ਪਰ ਦਵਾਈ ਦੀ ਘਾਟ ਦੱਸੀ ਜਾ ਰਹੀ ਹੈ, ਜਿਹਦਾ ਬਿਨਾਂ ਸ਼ੱਕ ਸਿੱਧਾ ਜਿਹੜਾ ਅਸਰ ਆ ਉਹ ਮਰੀਜ਼ ਦੀ, ਉਹਦੀ ਬਿਮਾਰੀ ਦੇ ਉੱਤੇ, ਉਹਦੀ ਸਿਹਤ ਦੇ ਉੱਤੇ ਇਹ ਅਸਰ ਪੈ ਰਿਹਾ ਹੈ। ਤੇ ਜਿਹਨੂੰ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਕਰਕੇ ਕੀਤਾ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰੀ ਹੈ, ਕਿਉਂਕਿ ਜਿਹੜੀ ਟਾਈਲਨੋਲ ਆ ਜਾਂ ਦੂਜਾ ਬੇਬੀ ਫਾਰਮੂਲਾ ਸੀ, ਉਹਦੀ ਸ਼ਾਰਟੇਜ ਕਿਤੇ ਨਾ ਕਿਤੇ ਫਿਰ ਵੀ ਬਰਦਾਸ਼ਤ ਕੀਤੀ ਜਾ ਸਕਦੀ ਸੀ, ਉਹਦਾ ਕੋਈ ਨਾ ਕੋਈ ਸਬਸਟੀਟਿਊਟ ਹੋ ਸਕਦਾ ਸੀ। ਕੀਮੋਥੈਰੇਪੀ ਦਾ ਸਬਸਟੀਟਿਊਟ ਅਜੇ ਤੱਕ ਕਿਤੇ ਵੀ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ, ਤੇ ਇਹ ਸ਼ਾਰਟੇਜ ਨੇ ਇੱਕ ਵੱਡੀ ਸਮੱਸਿਆ ਪੈਦਾ ਕੀਤੀ ਹੈ। ਅਗਲੀ ਗੱਲ ਬਾਤ ਦੋਸਤੋ ਇਲੈਕਟ੍ਰਿਕ ਕਾਰਾਂ ਬਾਰੇ ਹੈ। ਇਹਦੇ ਵਿੱਚ 2-3 ਅਜੀਬ ਗੱਲਾਂ ਨੇ। ਇੱਕ ਤਾਂ ਰੋਨ ਐਟਕਿਨਸਨ, ਜਿਹੜਾ ਰੋਟ ਐਟਕਿਨਸਨ ਆ, ਤੁਹਾਨੂੰ ਪਤਾ ਆ ਵੀ ਇਹ ਇੱਕ ਜਿਹੜਾ ਐਕਟਰ ਆ, ਮਿਸਟਰ ਬੀਨ ਦੇ ਨਾਂ ਨਾਲ ਇਹਨੂੰ ਜਾਣਿਆ ਜਾਂਦਾ ਹੈ। ਬਹੁਤ ਮਸ਼ਹੂਰ ਇੱਕ ਐਪੀਸੋਡ ਜਿਹੜਾ ਚੱਲਿਆ ਮਿਸਟਰ ਬੀਨ ਦਾ, ਰੋਨ ਐਟਕਿਨਸਨ ਉਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਵਿਅਕਤੀ ਆ ਉਹ ਇਹ ਰੋਲ ਕਰ ਰਿਹਾ ਆ। ਉਹਨੇ ਇੱਕ ਬਿਆਨ ਦਿੱਤਾ, ਬਿਆਨ ਇਲੈਕਟ੍ਰਿਕ ਕਾਰਾਂ ਬਾਰੇ ਦਿੱਤਾ। ਇਲੈਕਟ੍ਰਿਕ ਕਾਰਾਂ ਬਾਰੇ ਇਸ ਕਰਕੇ ਦਿੱਤਾ ਕਿਉਂਕਿ ਆਪ ਉਹ ਇਲੈਕਟ੍ਰੀਕਲ ਇੰਜੀਨੀਅਰ ਆ, ਉਹਨੂੰ ਪਤਾ ਆ ਇਸ ਚੀਜ਼ ਦਾ। ਤੇ ਹੁਣ ਕਿਉਂਕਿ ਐਡੇ ਵੱਡੇ ਐਕਟਰ ਨੇ, ਜਿਹਦਾ ਐਡਾ ਵੱਡਾ ਦੁਨੀਆ ਦੇ ਵਿੱਚ ਨਾਂ ਆ, ਉਹ ਬਿਆਨ ਦੇ ਰਿਹਾ, ਤੇ ਉਹ ਵੀ ਉਸ ਭਖ ਦੇ ਮੁੱਦੇ ਦੇ ਉੱਤੇ ਦੇ ਰਿਹਾ ਜਿਹਦੀ ਇਸ ਵੇਲੇ ਚਰਚਾ ਦੁਨੀਆ ਵਿੱਚ ਚੱਲ ਰਹੀ ਹੋਵੇ, ਤਾਂ ਫਿਰ ਕੁਦਰਤੀ ਆ ਵੀ ਉਹਦੇ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਜਿਹੜਾ ਉਹ ਜਾਂਦਾ ਆ। ਇਹ ਕਾਫੀ ਜਿਹੜਾ ਮੰਨਿਆ ਪ੍ਰਮੰਨਿਆ ਇਹਦਾ ਨਾਂ ਆ, ਤੇ ਇਹਨੇ ਜਿਹੜੀ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਆ, ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਇਹਦਾ ਕਾਫੀ ਜ਼ਿਆਦਾ ਇਹਦੇ ਫੀਲਡ ਦੇ ਵਿੱਚ ਨਾਂ ਆ। ਹਾਲਾਂਕਿ ਜਿਹੜਾ ਇਹ ਕੰਮ ਕਰਦਾ ਆ, ਜਿਹੜੀ ਐਕਟਿੰਗ ਇਹਦੀ ਸੀਗੀ ਜਾਂ ਮਿਸਟਰ ਬੀਨ ਸੀਗਾ, ਉਹਦੀ ਇੰਜੀਨੀਅਰਿੰਗ ਦੇ ਨਾਲ ਕੋਈ ਸੰਬੰਧ ਨਹੀਂ। ਪਰ ਇਹਦਾ ਬਿਆਨ ਹੁਣ ਇਲੈਕਟ੍ਰਿਕ ਕਾਰਾਂ ਦੇ ਉੱਤੇ ਆਇਆ। ਇਹਨੇ ਕੁਝ ਬਿਆਨ ਸਾਂਝੇ ਕੀਤੇ ਆ, ਜਾਂ ਕੁਛ ਇਹਨੇ ਫੈਕਟਸ ਸਾਂਝੇ ਕੀਤੇ ਆ ਅਸਲ ਦੇ ਵਿੱਚ, ਵੀ ਆਹ ਗੱਲਾਂ ਜਿਹੜੀਆਂ ਹੈਗੀਆਂ ਆ ਇਹਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ। ਤੇ ਇਹਦੇ ਸਾਰੇ ਬਿਆਨ ਓਵਰਆਲ ਇਲੈਕਟ੍ਰਿਕ ਕਾਰਾਂ ਦੇ ਹੱਕ ਵਿੱਚ ਨਹੀਂ ਜਾਂਦੇ। ਉਹ ਕਹਿੰਦਾ ਵੀ ਜਿਹੜਾ ਇਹ ਹਨੀਮੂਨ ਆ ਨਾ ਇਲੈਕਟ੍ਰਿਕ ਕਾਰਾਂ ਵਾਲਾ, ਇਹ ਜਲਦੀ ਖਤਮ ਹੋ ਜਾਣਾ, ਤੇ ਜਿਹੜੀ ਗੈਸ ਵਾਲੀ ਕਾਰ ਆ ਜਾਂ ਡੀਜ਼ਲ ਵਾਲੀ ਗੱਡੀ ਆ ਉਹ ਕਿਤੇ ਵਧੀਆ ਆ, ਉਹੀ ਲਓ। ਵੀ ਜਿਹੜੀ ਜੇ ਤੁਹਾਡੇ ਕੋਲ ਪੁਰਾਣੀ ਪੈਟਰੋਲ ਕਾਰ ਹੈਗੀ ਆ, ਇਹ ਇੱਕ ਬੈਟਰ ਆਈਡੀਆ ਹੋ ਸਕਦਾ ਆ ਨਵੀਂ ਇਲੈਕਟ੍ਰਿਕ ਵਹੀਕਲ ਬਾਏ ਕਰਨ ਨਾਲੋਂ। ਉਹ ਗੱਲ ਕੀ ਦੱਸ ਰਿਹਾ ਆ, ਤੇ ਉਹ ਮਤਲਬ ਵੀ ਉਹ ਕਹਿੰਦਾ ਇਹ ਇੱਕ ਤੇ ਉਹਨੇ ਇਹ ਕਿਹਾ ਵੀ ਵਾਤਾਵਰਨ ਬਚਾਉਣ ਵਾਲੀ ਗੱਲ ਵੀ ਤੁਸੀਂ ਭੁੱਲ ਜਾਓ। ਕਾਰ ਨੂੰ ਬਣਾਉਣ ਦੇ ਵਿੱਚ ਹੀ ਇੰਨਾ ਵਾਤਾਵਰਨ ਖਰਾਬ ਹੋ ਜਾਂਦਾ ਕਿ ਜਿਹੜਾ ਡੀਜ਼ਲ ਕਾਰ ਜਾਂ ਜਿਹੜਾ ਇੰਟਰਨਲ ਕੰਬਸ਼ਨ ਇੰਜਨ ਦੇ ਵਿੱਚ ਹੁੰਦਾ ਉਹਦੇ ਤੋਂ ਕਿਤੇ ਜ਼ਿਆਦਾ ਚਲਿਆ ਜਾਂਦਾ। ਜਿਹੜੀ ਬੈਟਰੀ ਬਣਨੀ ਆ ਲੀਥੀਅਮ ਦੀ, ਉਹ ਬੈਟਰੀ ਬਣਨ ਵੇਲੇ ਹੀ ਜਿਹੜਾ ਪੋਲਿਊਸ਼ਨ ਆ ਉਹ ਕਿਤੇ ਜ਼ਿਆਦਾ ਹੋ ਰਿਹਾ ਆ। ਸੋ ਇਸ ਕਰਕੇ ਇਹਨੂੰ ਤੁਸੀਂ ਨਹੀਂ ਕਹਿ ਸਕਦੇ ਵੀ ਜਿਹੜੀ ਇਲੈਕਟ੍ਰਿਕ ਕਾਰ ਆ ਉਹ ਤੁਹਾਡਾ ਬਹੁਤ ਜ਼ਿਆਦਾ ਕੋਈ ਜਿਹੜਾ ਵਾਤਾਵਰਨ ਪ੍ਰੇਮੀ ਹੋ ਤੁਸੀਂ ਤਾਂ ਜਿਹੜੇ ਇਲੈਕਟ੍ਰਿਕ ਕਾਰ ਡਰਾਈਵ ਕਰ ਰਹੇ ਆ। ਸੋ ਇਹਦੇ ਵਿੱਚ ਇੱਕ ਦੂਜਾ ਉਹ ਨੁਕਤਾ ਇਹ ਦੱਸਦਾ ਵੀ ਇਹਦੇ ਵਿੱਚ ਹਜੇ ਇੰਪਰੂਵਮੈਂਟ ਦੇ ਚਾਂਸ ਬਹੁਤ ਆ। ਹਜੇ ਤੱਕ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਇਹ ਚੰਗੀ ਆ ਮਾੜੀ ਆ। ਹੁਣ ਮਿਲੀਅਨਸ ਆਫ ਜਿਹੜੇ ਪੀਪਲ ਨੇ ਜਿਹਨਾਂ ਦੀ ਚੋਇਸ ਇਸ ਵੇਲੇ ਇਲੈਕਟ੍ਰਿਕ ਵਹੀਕਲ ਬਣਿਆ ਆ। ਕਾਰ ਵਾਇਰ ਜਿਹੜੇ ਇਸ ਵੇਲੇ ਆ ਉਹ ਮਤਲਬ ਇਸ ਕਰਕੇ ਨਹੀਂ ਲੈਂਦੇ ਵੀ ਕੋਈ ਉਹਨਾਂ ਨੇ ਪਲੈਨਟ ਨੂੰ ਬਚਾਉਣਾ ਆ। ਫੈਕਟਰਸ ਬਹੁਤ ਸਾਰੇ ਨੇ, ਤੇ ਜਿਨ੍ਹਾਂ ਦੇ ਵਿੱਚੋਂ ਸਾਰਿਆਂ ਦੀ ਗੱਲਬਾਤ ਕਰਕੇ ਕਹਿ ਰਿਹਾ ਆ ਮਿਸਟਰ ਬੀਨ ਜਾਂ ਐਟਕਿਨਸਨ ਵੀ ਇਹ ਚੰਗੀ ਆਪਸ਼ਨ ਨਹੀਂ ਆ ਤੁਹਾਡੀ। ਜਿਹੜਾ ਦੂਜੇ ਪਾਸੇ ਜਦੋਂ ਤੁਸੀਂ ਇੱਕ ਪੁਰਾਣੀ ਜਿਹੜੀ ਸਟਾਈਲ ਦੀ ਕਾਰ ਆ ਉਹਦੇ ਵਾਲੇ ਜਾਂਦੇ ਆ, ਤਾਂ ਹਜੇ ਤੱਕ ਵੀ ਉਹ ਕਹਿੰਦਾ ਉਹ ਜਿੰਨਾ ਚਿਰ ਰੱਖ ਸਕਦੇ ਉਹਨੂੰ ਓਨਾ ਚਿਰ ਰੱਖੋ, ਉਹ ਜ਼ਿਆਦਾ ਫਾਇਦੇ ਵਾਲੀ ਚੀਜ਼ ਆ। ਤੇ ਦੂਜਾ ਇਹਨੂੰ ਮਤਲਬ ਉਹਨੇ ਹੁਣ ਉਹਨੇ ਇੱਕ ਇੱਕ ਕਰਕੇ ਨਾ ਫੈਕਟਸ ਦੱਸਿਆ ਇਹਦੇ ਕਿ ਤੁਸੀਂ ਜੇਕਰ ਇਹਨੂੰ ਸਾਰੇ ਕੁਛ ਨੂੰ ਦੇਖੋਗੇ ਤਾਂ ਇਹਦਾ ਇਲੈਕਟ੍ਰਿਕ ਵਹੀਕਲ ਦੀ ਮਾਰਕੀਟ ਦੇ ਵਿੱਚ ਅਸਲ ਦੇ ਵਿੱਚ ਹੋ ਕੀ ਰਿਹਾ ਆ। ਜਿਹੜੇ ਲੋਕ ਜਿਹੜੇ ਦੂਜੇ ਪਾਸੇ ਨੂੰ ਜਾ ਰਹੇ ਆ, ਮਤਲਬ ਜਿਹੜੇ ਇਲੈਕਟ੍ਰਿਕ ਵਹੀਕਲਸ ਆ ਉਹ ਵੀ ਉਹ ਕਹਿੰਦਾ ਪੋਲਿਊਸ਼ਨ ਫਰੀ ਨਹੀਂ ਆ, ਪਰ ਮਤਲਬ ਪੋਲਿਊਸ਼ਨ ਕਰਦੇ ਆ ਇਹ।
ਮੈਨੂਫੈਕਚਰਿੰਗ ਇੱਕ ਇਲੈਕਟ੍ਰਿਕ ਵਹੀਕਲ ਨੂੰ ਬਣਾਉਣ ਦੇ ਲਈ ਉਹ ਕਹਿੰਦਾ ਕਨਵੈਨਸ਼ਨਲ ਨਾਲੋਂ 70% ਜ਼ਿਆਦਾ ਪੋਲਿਊਸ਼ਨ ਹੁੰਦਾ ਆ। ਤੇ ਇਹ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਗੱਲ ਸੱਚ ਵੀ ਆ ਕਿ ਜਿੰਨੀ ਜ਼ਿਆਦਾ ਉਹਦੇ ਵਿੱਚੋਂ ਪੋਲਿਊਸ਼ਨ ਹੋ ਰਿਹਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੀ ਆ। ਤੇ ਜਿਹੜੀਆਂ ਦੂਜੀਆਂ ਕਾਰਾਂ ਆ ਉਹ ਲੰਬਾ ਸਮਾਂ ਵੀ ਚੱਲਦੀਆਂ, ਜ਼ਿਆਦਾ ਦੂਰ ਤੱਕ ਵੀ ਚੱਲਦੀਆਂ, ਵਧੀਆ ਵੀ ਚੱਲਦੀਆਂ ਆ। ਇਲੈਕਟ੍ਰਿਕ ਕਾਰ ਹਜੇ ਇੰਪਰੂਵਮੈਂਟ ਇਹਦੇ ਵਿੱਚ ਬਹੁਤ ਚਾਂਸਸ ਨੇ ਇਹਦੇ ਨਾਲ। ਜਿਹੜਾ ਹੁਣ ਅਗਲਾ ਮਾਡਲ ਆਉਣਾ ਆ ਹਾਈਡਰੋਜਨ ਫਿਊਲ ਵਾਲਾ ਜਾਂ ਦੂਜਾ, ਉਹ ਕਹਿੰਦਾ ਉਹਦੇ ਤੱਕ ਵੇਟ ਕਰੋ। ਜਿਹੜੀ ਇਲੈਕਟ੍ਰਿਕ ਕਾਰਾਂ ਆ ਇਹਨਾਂ ਵਾਲਾ ਕੰਮ ਛੇਤੀ ਮੁੱਕ ਜਾਣਾ, ਤੁਸੀਂ ਜਾਂ ਤਾਂ ਗੈਸ ਵਾਲੀ ਡੀਜ਼ਲ ਵਾਲੀ ਚਲਾਓ, ਮੁੜ ਕੇ ਜਿਹੜਾ ਹਾਈਡਰੋਜਨ ਫਿਊਲ ਜਦੋਂ ਆ ਜਾਊਗਾ ਉਸ ਵੇਲੇ ਤੁਸੀਂ ਉਹਦੇ 'ਤੇ ਰਿਲਾਈ ਕਰ ਸਕਦੇ ਹੋ। ਉਹ ਇੱਕ ਬੈਟਰ ਆਪਸ਼ਨ ਹੋ ਸਕਦੀ ਹੈ। ਹੁਣ ਪਤਾ ਨਹੀਂ ਇਹਨਾਂ ਦੀ ਗੱਲ ਕਿੰਨੀ ਕੁ ਸਹੀ ਆ, ਅੱਗੇ ਕਦੇ ਇਹਨਾਂ ਦਾ ਇਸ ਤਰ੍ਹਾਂ ਦਾ ਬਿਆਨ ਸੁਣਿਆ ਨਹੀਂ, ਪਰ ਹੁਣ ਜਿਹੜਾ ਬਿਆਨ ਇਹ ਆਇਆ ਆ ਕਿ ਤੁਸੀਂ ਇਲੈਕਟ੍ਰਿਕ ਕਾਰ ਨੂੰ ਅਵੋਇਡ ਕਰੋ ਜਿੰਨਾ ਕਰ ਸਕਦੇ ਆ। ਜਦੋਂ ਇਹ ਹਾਈਡਰੋਜਨ ਫਿਊਲ ਬਣ ਗਿਆ ਉਸ ਵੇਲੇ ਇਹ ਜ਼ਿਆਦਾ ਚੰਗੀ ਚੀਜ਼ ਹੋਊਗੀ। ਸੋ ਇਹਦਾ ਜਿਹੜਾ ਸਮਾਂ ਆ ਉਹ ਬਹੁਤਾ ਚਿਰ ਨਹੀਂ ਰਹਿਣਾ ਤੇ ਤੁਹਾਨੂੰ ਮੁੜ ਕੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਕਾਰਾਂ ਦੇ ਉੱਤੇ ਆਉਣਾ ਪਊਗਾ। ਇਹ ਜਿਹੜੇ ਇਲੈਕਟ੍ਰਿਕ ਇੰਜੀਨੀਅਰ ਨੇ ਅਟਕਿੰਸਨ ਯਾਨੀ ਕਿ ਮਿਸਟਰ ਬੀਨ, ਇਹਨਾਂ ਦਾ ਕਹਿਣਾ ਆ। ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਆਪਾਂ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।